Hello everyone. Today we will discuss about the depression in freezing point temperature, that's also known as a cryoscopy. So freezing point ਕੀ ਹੁੰਦਾ ਪਹਿਲਾਂ? freezing point ਉਹ temperature ਹੈਗਾ ਜਿਹਦੇ ਵਿੱਚ ਜਿਹੜਾ liquid freeze ਹੋਣਾ ਸ਼ੁਰੂ ਹੋ ਜਾਂਦਾ, ਜੰਮਣਾ ਸ਼ੁਰੂ ਹੋ ਜਾਂਦਾ। ਇਹੀ ਟੈਂਪਰੇਚਰ ਦੇ ਵਿੱਚ ਜਿਹੜਾ ਸੋਲਿਡ ਜਿਹੜੀ ਸਾਡੀ ਫਰੀਜ਼ ਹੋ ਗਈ ਚੀਜ਼ ਹੈ ਉਹ ਮੈਲਟ ਹੁੰਦੀ ਹੈ। ਦਸ ਐਟ ਦਿਸ ਟੈਂਪਰੇਚਰ ਬੋਥ ਸੋਲਿਡ ਐਂਡ ਲਿਕੁਇਡ ਸਟੇਟ ਆਫ ਅ ਸਬਸਟੈਂਸ ਕੋ ਐਗਜ਼ਿਸਟ। ਇਹਦਾ ਮਤਲਬ ਕੀ ਹੈਗਾ, ਅਗਰ ਜਿਵੇਂ 0 ਡਿਗਰੀ ਸੈਲਸੀਅਸ ਹੈ ਵਾਟਰ ਦਾ ਜਿਹੜਾ ਫਰੀਜ਼ਿੰਗ ਪੁਆਇੰਟ 0 ਡਿਗਰੀ ਸੈਲਸੀਅਸ ਹੈ ਅਤੇ ਉਹਦਾ ਮੈਲਟਿੰਗ ਪੁਆਇੰਟ ਵੀ 0 ਡਿਗਰੀ ਸੈਲਸੀਅਸ ਹੈ ਅਤੇ ਦੋਨੋਂ ਕੀ ਹੋਣਗੇ, ਆਪਸ ਦੇ ਵਿੱਚ ਇਕੁਇਲਿਬਰੀਅਮ ਦੇ ਵਿੱਚ ਹੋਣਗੇ ਐਂਡ ਹੈਵ ਦ ਸੇਮ ਵੇਪਰ ਪ੍ਰੈਸ਼ਰ। ਅਤੇ ਉਹਨਾਂ ਦੋਨੋਂ ਜਿਹੜੇ ਆਪਣੇ ਕੋਲ ਸੋਲਿਡ ਅਤੇ ਲਿਕੁਇਡ ਹੈਗਾ ਦੋਨਾਂ ਦਾ ਜਿਹੜੇ ਇਕੁਇਲਿਬਰੀਅਮ ਦੇ ਵਿੱਚ ਹੈਗੇ ਨੇ ਉਹਨਾਂ ਦਾ ਵੇਪਰ ਪ੍ਰੈਸ਼ਰ ਵੀ ਸੇਮ ਹੋਏਗਾ। ਅ ਸੋਲਿਊਸ਼ਨ ਵਿਲ ਇਨ ਫੈਕਟ ਫਰੀਜ਼ ਵੈਨ ਇਟਸ ਵੇਪਰ ਪ੍ਰੈਸ਼ਰ ਵਿਲ ਬਿਕਮ ਇਕੁਅਲ ਟੂ ਦ ਵੇਪਰ ਪ੍ਰੈਸ਼ਰ ਆਫ ਦ ਪਿਓਰ ਸੋਲਿਡ ਸੋਲਵੈਂਟ। ਜਿਹੜਾ ਸੋਲਿਊਸ਼ਨ ਫਰੀਜ਼ ਉਦੋਂ ਹੀ ਹੋਏਗਾ ਜਦ ਵੇਪਰ ਪ੍ਰੈਸ਼ਰ ਵਿਲ ਬੀ ਇਕੁਅਲ ਟੂ ਦ ਵੇਪਰ ਪ੍ਰੈਸ਼ਰ ਆਫ ਦ ਪਿਓਰ ਸੋਲਵੈਂਟ। ਵੇਪਰ ਪ੍ਰੈਸ਼ਰ ਆਫ ਸੋਲਿਊਸ਼ਨ ਇਜ਼ ਇਕੁਅਲ ਟੂ ਵੇਪਰ ਪ੍ਰੈਸ਼ਰ ਆਫ ਸੋਲਿਡ ਸੋਲਵੈਂਟ ਜਦ ਹੋਏਗਾ ਤਾਂ ਹੀ ਸੋਲਿਊਸ਼ਨ ਫਰੀਜ਼ ਹੋ ਪਾਏਗਾ। ਅੰਡਰ ਦ ਕੰਡੀਸ਼ਨ ਇਟ ਵਿਲ ਬੀ ਇਕੁਅਲ ਟੂ ਦ ਵੇਪਰ ਪ੍ਰੈਸ਼ਰ ਆਫ ਪਿਓਰ ਸੋਲਿਡ ਸੋਲਵੈਂਟ ਐਟ ਅ ਲੋਅਰ ਟੈਂਪਰੇਚਰ। ਘੱਟ ਟੈਂਪਰੇਚਰ ਦੇ ਵਿੱਚ ਹੀ ਵੇਪਰ ਪ੍ਰੈਸ਼ਰ ਜਿਹੜਾ ਹੁੰਦਾ ਹੈ ਉਹਨਾਂ ਦਾ ਸਹੀ ਹੋ ਪਾਉਂਦਾ, ਮਤਲਬ ਦੈਟ ਕਿ ਦੋਨੋਂ ਸੇਮ ਹੋ ਪਾਉਂਦੇ ਨੇ। ਗ੍ਰਾਫ ਦੇਖੋ, ਗ੍ਰਾਫ ਦੇ ਵਿੱਚ ਅਸੀਂ ਦੇ ਰਹੇ ਹਾਂ 1 ਟੈਂਪਰੇਚਰ ਜਿਹੜਾ ਨੀਚੇ ਹੈ ਨਾ ਉੱਥੇ ਅਸੀਂ ਨੰਬਰਿੰਗ ਦੇ ਰਹੇ ਹਾਂ 1 2 3 4 5। ਤੁਸੀਂ ਦੇਖੋਗੇ ਅਸੀਂ TF ਇਜ਼ ਫੋਰ ਦ freezing depression in freezing point for the ਜਾਂ temperature of the freezing point for the solution ਤੇ ਜਿਹੜਾ T0F ਹੈਗਾ pure solvent ਦਾ ਲੋਅਰ ਹੋ ਗਿਆ, ਡਿਪਰੈਸ਼ਨ ਹੋ ਗਿਆ। ਜਿਹੜੀ 3 ਡਿਗਰੀ ਸੈਲਸੀਅਸ ਤੇ ਜਿਹੜੀ 4 ਡਿਗਰੀ ਸੈਲਸੀਅਸ ਪਿਓਰ ਸੋਲਵੈਂਟ ਸੀਗਾ ਉਹ 3 ਡਿਗਰੀ ਸੈਲਸੀਅਸ ਦੇ ਵਿੱਚ ਹੀ ਫਰੀਜ਼ ਹੋਣਾ ਸ਼ੁਰੂ ਹੋ ਗਿਆ। ਸੋ ਦੈਟ ਇਜ਼ ਦ ਡਿਪਰੈਸ਼ਨ ਇਨ ਦ ਫਰੀਜ਼ਿੰਗ ਪੁਆਇੰਟ। ਅਸੀਂ ਕਰਵ ਲਏ ਨੇ, ਅਸੀਂ ਗ੍ਰਾਫ ਦੇ ਵਿੱਚ ਵੇਖਦੇ ਹਾਂ ਜਿਹੜਾ ਕਰਵ ABC ਹੈਗਾ is the point, B ਕੀ ਹੈਗਾ, B is the freezing point of the pure solvent। ਦੇਖੋ B ਤੋਂ ਨੀਚੇ ਲਾਈਨ ਆ ਰਹੀ ਹੈ, that is the freezing point of the pure solvent। curve CED ਜਿਹੜਾ point E ਹੈਗਾ is the freezing point of the solution। so T0F and TF are the freezing point of the pure solvent and the solution respectively। ਹੁਣ ਅਸੀਂ ਕੀ ਦੇਖ ਰਹੇ ਹਾਂ ਗ੍ਰਾਫ ਤੋਂ ਕਿ T0F ਦੀ ਵੈਲਿਊ ਜ਼ਿਆਦਾ ਹੈਗੀ ਹੈ TF ਨਾਲੋਂ, ਅਤੇ ਕੀ ਹੋਏਗਾ ਤਾਂ ਸਾਨੂੰ ਪਤਾ ਮਾਈਨਸ ਦੇ ਵਿੱਚ ਵੱਡੀ ਜਿਹੜੀ ਅਮਾਊਂਟ ਹੁੰਦੀ ਹੈ ਅਸੀਂ ਉੱਪਰ ਲੈਂਦੇ ਹਾਂ ਅਤੇ ਜਿਹੜੀ ਛੋਟੀ ਹੁੰਦੀ ਹੈ ਉਹਨੂੰ ਮਾਈਨਸ ਨੀਚੇ ਲੈਂਦੇ ਹਾਂ। ਜਿਵੇਂ ਮੈਂ 35 ਦੇ ਵਿੱਚੋਂ 2 ਮਾਈਨਸ ਕਰਨਾ, ਤੁਸੀਂ ਕੀ ਕਰੋਗੇ 35 - 2 not 2 - 35, ਠੀਕ ਹੈ। ਅਤੇ ਡੈਲਟਾ TF ਇਜ਼ ਇਕੁਅਲ ਟੂ T0F - TF। ਇਟਸ ਅ ਡਿਪਰੈਸ਼ਨ ਇਨ ਦ ਫਰੀਜ਼ਿੰਗ ਪੁਆਇੰਟ as T0F is larger than TF। Further, depression freezing point temperature is proportional to the molality of the solution। ਬਾਕੀ ਜਿੰਨੀ ਵੀ ਇਹਦੀ ਡੈਰੀਵੇਸ਼ਨ ਹੈਗੀ ਆ ਦੈਟ ਉਹ ਆਪਣੇ ਕੋਲ ਜਿਹੜੀ ਬੋਇਲਿੰਗ ਪੁਆਇੰਟ ਦੀ ਸੀਗੀ, ਐਲੀਵੇਸ਼ਨ ਬੋਇਲਿੰਗ ਪੁਆਇੰਟ ਦੀ ਸੀਗੀ, ਉੱਦਾਂ ਹੀ ਡਿਪਰੈਸ਼ਨ ਇਨ ਫਰੀਜ਼ਿੰਗ ਪੁਆਇੰਟ ਕੇ ਡਿਟੋ। ਡੈਲਟਾ TF ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ M। ਉਹਦੇ ਵਿੱਚ ਅਸੀਂ K ਵੀ ਯੂਜ਼ ਕਰ ਰਹੇ ਸੀਗੇ, ਮੋਲਲ ਐਲੀਵੇਸ਼ਨ ਕੌਨਸਟੈਂਟ ਜਿਹਨੂੰ ਅਸੀਂ ਕਿਹਾ ਸੀ। ਇਹਦੇ ਵਿੱਚ ਅਸੀਂ ਮੋਲਲ ਡਿਪਰੈਸ਼ਨ ਕੌਨਸਟੈਂਟ B ਨੂੰ ਰਿਪਲੇਸ ਕਰਕੇ ਬਸ F ਕਰਨਾ। ਡੈਲਟਾ TF ਇਜ਼ ਇਕੁਅਲ ਟੂ KFM, ਠੀਕ ਹੈ। ਮੋਲਲ ਡਿਪਰੈਸ਼ਨ ਕੌਨਸਟੈਂਟ ਜਿਹਨੂੰ ਹੋਰ ਕੀ ਕਹਿੰਦੇ ਆ, ਮੋਲਲ ਕ੍ਰਾਈਸਕੋਪਿਕ ਕੌਨਸਟੈਂਟ। ਹੁਣ ਤੁਹਾਨੂੰ ਕੁਐਸਚਨ ਆ ਰਿਹਾ ਵਟ ਇਜ਼ ਦ ਮੋਲਲ ਡਿਪਰੈਸ਼ਨ ਕੌਨਸਟੈਂਟ। ਤੁਸੀਂ ਕੀ ਕਹੋਗੇ ਵੈਨ M ਇਜ਼ ਇਕੁਅਲ ਟੂ ਯੂਨਿਟੀ, ਵੈਨ M ਇਜ਼ ਇਕੁਅਲ ਟੂ 1 then the depression in freezing point will be equal to the molar depression constant। now from equation 2 ਜਿਹੜੀ ਸਾਡੀ equation 2 ਆ delta TF is equal to KFM। M is equal to ਸਾਨੂੰ ਪਤਾ ਮੋਲੈਲਿਟੀ ਦਾ ਕੀ ਫਾਰਮੂਲਾ ਹੁੰਦਾ, ਨੰਬਰ ਆਫ ਮੋਲਸ ਆਫ ਸੋਲਿਊਟ ਡਿਵਾਈਡਿਡ ਬਾਈ ਦਾ ਵੇਟ ਆਫ ਸੋਲਿਊਸ਼ਨ ਇਨ ਗ੍ਰਾਮ ਇਨਟੂ 1000। ਨੰਬਰ ਆਫ ਮੋਲਸ ਦਾ ਕੀ ਫਾਰਮੂਲਾ ਹੁੰਦਾ, ਗਿਵਨ ਮਾਸ ਬਾਈ ਦਾ ਮੋਲਰ ਮਾਸ। ਗਿਵਨ ਮਾਸ ਲਈ ਅਸੀਂ ਕੀ ਲਗਾਉਂਦੇ ਹਾਂ WB ਡਿਵਾਈਡਿਡ ਬਾਈ ਦਾ MB into WA into 1000। You can find out the value of the TF by putting the equation 3 in 2। now what will be the expression delta TF is equal to KF into WB divided by MB into WA into 1000। now you can calculate the observed molar mass of the solute, only replace the delta TF with the MB। now question is
एक अपने कोल हुंदा एंटी फ्रीज सल्यूशन। एंटी फ्रीज सल्यूशन की हुंदा जद असी एडिटिव पाने आ ते जेह्ड़ा विच लोअर्स द डिप्रैशन विच लोअर्स द फ्रीजिंग पॉइंट ऑफ अ वाटर बेस्ड लिक्विड। नाउ वाई वाटर इज़ अवॉइडेड इन विंटर्स टू कूल डाउन रेडिएटर्स इन कार रेडिएटर्स होंदे ने विंटर्स दे विच असी ओहदे विच पानी क्यों अवॉइड करदे हां, क्यों नहीं पांदे। ये क्वेश्चन तुहानूं काफ़ी वे नाल आ सकदा, मैं तुहानूं सारे लिख के दित्ते ने। एंटी फ्रीज सल्यूशन इट इज़ एन एडिटिव विच लोअर द फ्रीजिंग पॉइंट ऑफ अ वाटर बेस्ड लिक्विड दैट इज़ फ्लूइड। जिहड़ा फ्रीजिंग पॉइंट नूं लोअर कर दिंदा वाटर बेस्ड लिक्विड दैट इज़ फ्लूइड। सो जद बहुत ठंड होंदी है, स्फीयर कोल्ड होंदी है, जिहड़ा टैंपरेचर यूजली फॉल बिलो द 0 डिग्री सैल्सीयस, 0 डिग्री सैल्सीयस दे तक जिहड़ा टैंपरेचर है वो गिर जाता है, ਜਿਹਦੇ ਕਰਕੇ ਰੇਡੀਏਟਰਸ ਦੇ ਵਿੱਚ ਪਾਣੀ ਜੰਮਣਾ ਸ਼ੁਰੂ ਹੋ ਜਾਂਦਾ ਹੈ। ਜੰਮੇਗਾ ਤੇ ਜਿਹੜਾ ਰੇਡੀਏਟਰ ਹੈਗਾ ਉਹਦੇ ਫਟਣ ਦੇ ਚਾਂਸਿਸ ਹੋ ਜਾਂਦੇ ਨੇ, ਬਰਸਟ ਹੋਣ ਦੇ ਚਾਂਸਿਸ ਹੋ ਜਾਂਦੇ ਨੇ। ਇਹਨੂੰ ਬਚਾਉਣ ਲਈ ਅਸੀਂ ਐਂਟੀ ਫਰੀਜ਼ ਸਲਿਊਸ਼ਨ ਯੂਜ਼ ਕਰਦੇ ਹਾਂ। ਕਿਹੜਾ ਐਂਟੀ ਫਰੀਜ਼ ਸਲਿਊਸ਼ਨ ਕਿਹੜਾ ਹੁੰਦਾ? ਇਥਾਈਲਿਨ ਗਲਾਈਕੋਲ ਐਂਡ ਦ ਵਾਟਰ ਇਜ਼ ਨੋਨ ਐਜ਼ ਦ ਐਂਟੀ ਫਰੀਜ਼ ਸਲਿਊਸ਼ਨ। ਇਹ ਬਹੁਤ ਇੰਪੋਰਟੈਂਟ ਐਂਟੀ ਫਰੀਜ਼ ਮਿਕਸਚਰ ਹੈਗਾ। ਇਟਸ ਆਲਸੋ ਨੋਨ ਐਜ਼ ਦ ਕੂਲੈਂਟ। सो जिहड़ा मिक्सचर हुंदा इथाइलिन ग्लाइकोल ते वाटर दा असीं इक्वल प्रपोर्शन दे विच लैंदे आ बाय वॉल्यूम। फ्रीजिज एट ए किते फ्रीज हुंदा -6 डिग्री सैल्सीयस से फ्रीज हुंदा है। सो इनू असीं कार रेडिएटर्स दे विच बहुत आराम नाल यूज़ कर सकदे आ। इवन इफ there is a temperature of 0 degree Celsius, the lowering in freezing point is due to the addition of the impurities in liquid। Why is NaCl used to clear snow from roads? NaCl ਨੂੰ ਅਸੀਂ ਐਡ ਕਰਦੇ ਹਾਂ ਸਨੋ ਦੇ ਵਿੱਚ ਕਿਉਂਕਿ ਫਰੀਜ਼ਿੰਗ ਪੁਆਇੰਟ ਘਟਾ ਦਿੰਦਾ ਹੈ, ਸਨੋ ਦੀ ਫਰੀਜ਼ਿੰਗ ਪੁਆਇੰਟ ਨੂੰ ਘਟਾ ਦਿੰਦਾ ਹੈ। ਦਸ ਜਿਹੜੀ ਸਨੋ ਕੀ ਹੈ ਮੈਲਟ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਰੋਡਸ ਕੀ ਹੈਗੇ ਨੇ ਕਲੀਅਰ ਹੋਣੇ ਸ਼ੁਰੂ ਹੋ ਜਾਂਦੇ ਨੇ। ਵਾਈ ਡਜ਼ NaCl freeze at lower temperature than water and boils at higher temperature than water? अगर क्यों ਹੁੰਦਾ NaCl ਜਿਹੜਾ ਵੀ ਦਿਸ ਇਜ਼ ਬਿਕੋਜ਼ ਜਿਹੜਾ NaCl ਅਸੀਂ ਪਾਣੀ ਦੇ ਵਿੱਚ ਐਡ ਕਰਦੇ ਹਾਂ ਵੇਪਰ ਪ੍ਰੈਸ਼ਰ ਕੀ ਹੁੰਦਾ ਸਲਿਊਸ਼ਨ ਦਾ ਉਹ ਡਿਕਰੀਜ਼ ਹੋ ਜਾਂਦਾ, ਘੱਟ ਹੋ ਜਾਂਦਾ ਅਤੇ ਬੋਇਲਿੰਗ ਪੁਆਇੰਟ ਕੀ ਹੋਏਗਾ ਇਨਕਰੀਜ਼, ਕਿਉਂਕਿ NaCl ਨੋਨ ਵੋਲਾਟਾਈਲ ਹੈ ਨਾ। ਨੋਨ ਵੋਲਾਟਾਈਲ ਨੂੰ ਵੋਲਾਟਾਈਲ ਦੇ ਵਿੱਚ ਤੁਸੀਂ ਐਡ ਕਰੋਗੇ ਅਤੇ ਅਸੀਂ ਕੀ ਪੜ੍ਹਿਆ ਸੀਗਾ ਜਿਹੜਾ ਵੇਪਰ ਪ੍ਰੈਸ਼ਰ ਹੈਗਾ ਉਹ ਘੱਟ ਜਾਏਗਾ। ਵੇਪਰ ਪ੍ਰੈਸ਼ਰ ਘਟੇਗਾ ਤਾਂ ਸਾਨੂੰ ਬੋਇਲ ਜ਼ਿਆਦਾ ਕਰਨਾ ਪਏਗਾ। ਸੋ ਇਸ ਕਰਕੇ ਉਹਦਾ ਫਰੀਜ਼ਿੰਗ ਪੁਆਇੰਟ ਕੀ ਹੁੰਦਾ ਘੱਟ ਜਾਂਦਾ। CaCl2 is used to clear snow in countries explain। ਇਹ ਵੀ NaCl ਦੇ ਨਾ ਸੇਮ ਹੀ ਹੈਗੇ ਨੇ ਦੋਨੋਂ। Why is the vapor pressure of the solution of glucose in water lower than that of the water? ਜਦ ਤੁਸੀਂ ਘਰ ਦੇ ਵਿੱਚ ਕਦੇ ਗਲੂਕੋਜ਼ ਬਣਾਓਗੇ ਨਾ ਤੁਸੀਂ ਦੇਖਿਓ ਜਿਹੜਾ ਆਪਣਾ ਗਿਲਾਸ ਨਾ ਠੰਡਾ ਹੋ ਜਾਂਦਾ। ਸੋ ਗਲੂਕੋਜ਼ ਇਜ਼ ਅ non-volatile fluid and as a result its molecule will not change into the vapor। the molecule vapor ਦੇ ਵਿੱਚ change ਨਹੀਂ ਹੁੰਦੇ। so therefore the vapor pressure of the solution will be less than that of the water। what is de-icing agent? de-icing agent ਕੀ ਹੁੰਦੇ ਨੇ? ਉਹ ਵਾਲੇ ਸਬਸਟੈਂਸ ਜਿਹੜੇ ਮੈਲਟਿੰਗ ਪੁਆਇੰਟ ਨੂੰ ਘੱਟ ਕਰਨ ਦੇ ਵਿੱਚ ਕੰਮ ਆਉਂਦੇ ਨੇ ਐਂਡ ਟੂ ਡਿਜ਼ੋਲਵ ਆਈਸ ਅਤੇ ਆਈਸ ਜਿਹੜੀ ਆ ਉਹਨੂੰ ਰਿਮੂਵ ਕਰਦੇ ਨੇ ਦੈਟ ਇਜ਼ ਨੋਨ ਐਜ਼ ਦ ਡੀ-ਆਈਸਿੰਗ ਏਜੰਟ। ਸੋ ਇਟਸ ਆਲ ਅਬਾਊਟ ਦ depression in the freezing point।